So hello students, this video is for the ninth class which we are going to record. So students, as this video is for the ninth class, ਤਾਂ ਆਪਾਂ ਨੇ ਡਿਸਾਈਡ ਕੀਤਾ ਹੈਗਾ ਕਿ 9th ਕਲਾਸ ਦੇ ਲਈ ਇੱਕ ਜੋ ਪੋਇਮ ਆ ਉਹਨਾਂ ਦੀ ਫਸਟ ਪੋਇਮ ਜਿਹੜੀ ਕਿ 28 ਨੰਬਰ ਪੇਜ ਤੇ ਹੈਗੀ ਉਸ ਨੂੰ ਰੀਡ ਕਰਾਂਗੇ, ਸਮਰੀ ਰੀਡ ਕਰਾਂਗੇ ਐਂਡ ਦੈਨ ਉਸ ਤੋਂ ਬਾਅਦ ਆਪਾਂ ਉਸ ਦੇ ਕੁਐਸਚਨਸ ਕਰਾਂਗੇ। ਓਕੇ, ਗੈਟ ਮਾਈ ਪੁਆਇੰਟ? ਸੋ ਲੈਟਸ ਗੋ ਟੂ ਇਟ। So let's start reading the poem. Open thy eyes and see thy God by Rabindranath Tagore. The poem is written by Rabindranath Tagore. Rabindranath Tagore ਦੀ ਕਵਿਤਾ ਗਈ ਸੀ ਗੀਤਾਂਜਲੀ, ਜਿਸ ਨੂੰ 1913 ਦੇ ਵਿੱਚ ਨੋਬੈਲ ਪ੍ਰਾਈਜ਼ ਵੀ ਮਿਲਿਆ ਸੀਗਾ। ਸੋ ਉਸ ਦਾ ਹੀ ਇੱਕ ਪਾਰਟ ਆਗਾ, ਓਪਨ thy eyes and see thy God. Okay, open means ਖੋਲਣਾ, thy means yours, ਤੁਹਾਡੀਆਂ, eyes ਆਪਣੀ ਅੱਖਾਂ ਖੋਲੋ, ਤੁਹਾਡੇ ਅੱਖਾਂ ਖੋਲੋ, and see thy God ਤੇ ਆਪਣਾ God ਦੇਖੋ। Okay, leave this chanting and singing and telling of beads. ਇਹ ਜੋ ਚੈਂਟਿੰਗ ਆ ਗਈ, ਮੰਤਰ ਉਚਾਰਨ ਹੈ ਭਗਵਾਨ ਦਾ, ਇਹ ਛੱਡ ਦਿਓ। ਐਂਡ ਸਿੰਗਿੰਗ, ਇਹ ਜੋ ਗਾਉਣਾ ਗਾ, ਜੋ ਤੁਸੀਂ ਗਾ ਰਹੇ ਹੋਗੇ ਉਸ ਦੇ ਭਜਨ, ਇਹ ਵੀ ਕੀ ਹੈ ਤੁਸੀਂ ਛੱਡ ਦਿਓ। ਐਂਡ ਟੈਲਿੰਗ ਆਫ ਬੀਡਸ, ਤੇ ਜੋ ਤੁਸੀਂ ਮਾਲਾ ਜਪਦੇ ਹੋ, ਬੀਡਸ ਹੁੰਦੇ ਨੇ, ਮਣਕੇ ਹੁੰਦੇ ਨੇ ਬੇਟਾ ਜੋ ਆਪਣੇ ਮਾਲਾ ਦੇ ਹੁੰਦੇ ਨੇ। ਓਕੇ, ਸੋ ਟੈਲਿੰਗ ਆਫ ਬੀਡਸ ਬੋਲਦੇ ਨੇ ਉਸਨੂੰ, ਮਾਲਾ ਫੇਰਨ। ਸੋ ਉਸ ਜਿਹੜੀ ਮਾਲਾ ਬਾਰੇ ਗੱਲ ਕਰਨੀ ਕਿ ਜਿਹੜੀ ਉਹ ਉਸ ਦੇ ਮਣਕਿਆਂ ਦੇ ਉੱਤੇ ਹਰ ਇੱਕ ਮਣਕੇ ਤੇ ਆਪਾਂ ਰਾਮ ਰਾਮ ਜਾਂ ਵਾਹਿਗੁਰੂ ਜੋ ਵੀ ਬੋਲ ਦਿਆਂਗੇ, ਉਹਨੂੰ ਕੀ ਆਪਾਂ ਨੂੰ ਛੱਡ ਦੇਣਾ ਚਾਹੀਦਾ ਗਾ। Whom dost thou worship in this lonely dark corner of a temple with doors all shut? I repeat, whom dost thou worship in this lonely dark corner of a temple with all doors shut? With doors all shut. ਤੁਸੀਂ ਕਿਸ ਦੀ ਪੂਜਾ ਕਰਦੇ ਹੋ? Whom do you worship? ਕਿਸ ਦੀ ਪੂਜਾ ਕਰ ਰਹੇ ਹੋਗੇ? In this lonely dark corner of a temple. ਇਸ ਟੈਂਪਲ ਦੇ ਇੱਕ ਹਨੇਰਮਈ ਕੋਨੇ ਦੇ ਵਿੱਚ, ਹਨੇਰੇ ਤੋਂ ਭਰਪੂਰ ਕੋਨੇ ਦੇ ਵਿੱਚ ਤੁਸੀਂ ਕਿਸ ਦੀ ਪੂਜਾ ਕਰ ਰਹੇ ਹੋ? With doors all shut, ਸਾਰੇ ਦੇ ਸਾਰੇ ਦਰਵਾਜ਼ੇ ਬੰਦ ਕਰਕੇ। Open thine eyes, ਅੱਖਾਂ ਖੋਲੋ ਆਪਣੀਆਂ। Open thine eyes, open thine eyes and see the God is not before thee. ਤੇ ਦੇਖੋ ਤੁਹਾਡਾ God ਤੁਹਾਡੇ ਸਾਹਮਣੇ ਨਹੀਂ ਹੈਗਾ। He is there where the tiller is tilling the hard ground. ਉਹ ਉੱਥੇ ਹੈ ਜਿੱਥੇ ਟਿਲਰ ਹੁੰਦਾ ਗਾ ਰਾਜੇ, ਜੋ ਕਿ somebody who cultivates the land, ਜੋ ਲੈਂਡ ਨੂੰ ਕੀ ਹੈਗਾ ਬ੍ਰੇਕ ਕਰਕੇ ਤੋੜ ਕੇ ਉਸ ਨੂੰ ਹੋ ਜਾਂ ਜੋ ਵੀ ਉਸ ਕੋਲ ਸਪੀਡ ਵਗੈਰਾ ਜਾਂ ਹਲ ਵਗੈਰਾ ਉਸ ਨਾਲ ਤੋੜ ਕੇ ਉਹ ਕੀ ਹੈਗਾ, ਵੈਸੇ ਹਲ ਵਾਹੁਣ ਵਾਲੇ ਵਾਸਤੇ ਆਪਾਂ ਟਿਲਰ ਵਰਡ ਯੂਜ਼ ਕਰਦੇ ਹਾਂ। ਸੋ ਜਿਹੜਾ ਕਿ ਟਿਲਰ ਹੈਗਾ, ਹਲ ਵਾਹੁਣ ਵਾਲਾ ਜਿਹੜਾ ਕਿਸਾਨ ਹੈਗਾ, ਇਜ਼ ਟਿਲਿੰਗ ਦਾ ਲੈਂਡ। ਉਹ ਕਿੱਥੇ ਹੈਗਾ ਭਗਵਾਨ? ਜਿੱਥੇ ਕੀ ਹੈਗਾ ਜਿਹੜਾ ਕਿਸਾਨ ਹੈ। where the tiller is tilling the hard ground, ਜਿੱਥੇ ਕੀ ਹੈਗਾ ਇੱਕ ਸਖਤ ਗਰਾਊਂਡ ਨੂੰ, ਇੱਕ ਸਖਤ ਮੈਦਾਨ ਨੂੰ ਟਿਲਰ ਕੀ ਹੈਗਾ ਟਿਲ ਕਰ ਰਿਹਾ, ਮੀਨਸ ਗਰਾਊਂਡ ਨੂੰ ਬ੍ਰੇਕ ਕਰ ਰਿਹਾ ਹੈਗਾ ਤਾਂ ਕਿ ਉੱਥੇ ਜ਼ਮੀਨ ਬਾਹਰ, ਮਤਲਬ ਕਿ ਤਾਂ ਕਿ ਉੱਥੇ ਕੁਝ ਫਸਲ ਬੀਜੀ ਜਾ ਸਕੇ। ਐਂਡ ਵੇਅਰ ਦਾ ਪੈਥ ਮੇਕਰ ਇਜ਼ ਬ੍ਰੇਕਿੰਗ ਸਟੋਨਸ, ਜਾਂ ਜਿੱਥੇ ਇੱਕ ਰਾਸਤਾ ਬਣਾਉਣ ਵਾਲਾ, ਇੱਕ ਸੜਕ ਬਣਾਉਣ ਵਾਲਾ ਜਿਹੜਾ ਇੱਕ ਮਜ਼ਦੂਰ ਆ ਉਹ ਕੀ ਹੈਗਾ ਇਸ ਬ੍ਰੇਕਿੰਗ ਸਟੋਨ, ਜਾਂ ਜਿਹੜੇ ਜਿੱਥੇ ਕੀ ਹੈ ਮਜ਼ਦੂਰ ਇੱਕ ਪੱਥਰ ਤੋੜ ਰਿਹਾ ਹੈ। He is with them in sun and in shower. ਉਹ ਭਗਵਾਨ he God ਦੇ ਲਈ ਯੂਜ਼ ਕੀਤਾ ਹੈਗਾ। He is with them in sun and in shower. ਉਹ ਉਹਨਾਂ ਦੇ ਨਾਲ ਸੂਰਜ ਦੇ ਵਿੱਚ ਹੈ, ਮੀਨਸ ਜਦੋਂ ਵੀ ਗਰਮੀ ਪੈ ਰਹੀ ਹੈ ਉਹਨਾਂ ਦੇ ਨਾਲ। and in shower, ਤੇ ਬਰਸਾਤ ਦੇ ਮੌਸਮ ਦੇ ਵਿੱਚ ਵੀ। and his garment is covered with dust, ਤੇ ਉਸ ਦੇ ਕੱਪੜੇ ਵੀ ਕੀ ਨੇ ਬਿਲਕੁਲ ਪੂਰੀ ਤਰ੍ਹਾਂ ਢਕੇ ਹੋਏ ਨੇ ਕਿਹੜੀ ਚੀਜ਼ ਦੇ ਨਾਲ? ਡਸਟ ਦੇ ਨਾਲ। ਡਸਟ ਹੁੰਦੀ ਹੈਗੀ ਧੂੜ। Put off thy holy mantle, ਹੋਲੀ ਹੁੰਦਾ ਰਾਜੇ ਪਵਿੱਤਰ, ਐਂਡ ਮੈਂਟਲ ਹੁੰਦਾ ਹੈਗਾ ਪਹਿਰਾਵਾ। ਤੁਸੀਂ ਦੇਖਿਆ ਹੋਣਾ ਧਾਰਮਿਕ ਜੋ ਅਲੱਗ-ਅਲੱਗ ਧਰਮਾਂ ਦੇ ਨੇ, ਇੱਕ ਜਿਹੜੇ ਇੱਕ ਰਿਲੀਜੀਅਸ ਲੋਕ ਹੁੰਦੇ ਨੇ ਉਹਨਾਂ ਦਾ ਇੱਕ ਆਪਣਾ ਪਹਿਰਾਵਾ ਹੁੰਦਾ ਹੈਗਾ। ਕ੍ਰਿਸਚੀਅਨਸ ਦਾ ਇੱਕ ਅਲੱਗ ਦਾ ਕਲੋਕ ਜਿਹਾ ਹੁੰਦਾ ਹੈ, ਮੁਸਲਿਮ ਦਾ ਇੱਕ ਅਲੱਗ ਕਲੋਕ ਹੁੰਦਾ ਹੈ, ਸਿੱਖੀਜ਼ਮ ਐਂਡ ਹਿੰਦੂਇਜ਼ਮ ਸਾਰਿਆਂ ਕੋਲ ਕੀ ਇੱਕ
ਡਿਫਰੈਂਟ ਤਰ੍ਹਾਂ ਦੇ ਜਿਹੜੇ ਕਲੋਥਸ ਨੇ, ਡਿਫਰੈਂਟ ਤਰ੍ਹਾਂ ਦੇ ਜਿਹੜੇ ਪਹਿਰਾਵੇ ਨੇ। ਸੋ ਉਸ ਨੂੰ ਉਹ ਕਹਿ ਰਹੇ ਨੇ ਕਿ ਪੁੱਟ ਆਫ ਦਾਈ ਹੋਲੀ ਮੈਂਟਲ, ਜੋ ਤੁਹਾਡਾ ਪਵਿੱਤਰ ਵਸਤਰ ਨੇ, ਉਹ ਜਿਸ ਨੂੰ ਤੁਸੀਂ ਪਵਿੱਤਰ ਮੰਨਦੇ ਹੋ, ਉਸ ਨੂੰ ਕਿਆ ਉਤਾਰ ਦੋ। ਐਂਡ ਈਵਨ ਲਾਈਕ ਹਿਮ ਕਮ ਡਾਊਨ ਔਨ ਦ ਡਸਟੀ ਸੋਇਲ, ਤੇ ਭਗਵਾਨ ਦੀ ਤਰ੍ਹਾਂ, ਈਵਨ ਲਾਈਕ ਹਿਮ, ਆਈ ਡੋਂਟ ਨੋ ਵਾਈ ਐਚ ਇਜ਼ ਨॉट ਕੈਪੀਟਲ ਹੇਅਰ। ਸੋ ਉਸ ਦੀ ਤਰ੍ਹਾਂ ਕੀ ਹੈਗਾ, ਤੁਹਾਨੂੰ ਵੀ ਨੀਚੇ ਉਤਰਨਾ ਚਾਹੀਦਾ ਗਾ ਔਨ ਦ ਡਸਟੀ ਸੋਇਲ, ਜਿਹੜੀ ਇੱਕ ਧੂੜ ਭਰੀ ਹੋਈ ਜ਼ਮੀਨ ਆ ਗਈ, ਜਿੱਥੇ ਧੂੜ ਪੈਂਦੀ ਹੈਗੀ, ਉਸ ਜ਼ਮੀਨ ਤੇ ਜਿੱਥੇ ਕਿਸਾਨ ਕੰਮ ਕਰ ਰਿਹਾ, ਜਿੱਥੇ ਪੈਥ ਮੇਕਰ ਕੰਮ ਕਰ ਰਿਹਾ ਹੈਗਾ, ਉੱਥੇ ਕੀ ਹੈ, ਤੁਹਾਨੂੰ ਆਉਣਾ ਚਾਹੀਦਾ ਹੈਗਾ ਉਹਦੇ ਨਾਲ। ਇਫ ਯੂ ਵਾਂਟ ਟੂ ਮੀਟ ਹਿਮ। ਉਹ ਕਿਹਨਾਂ ਨੂੰ ਕਹਿ ਰਹੇ ਨੇ, ਰਿਲੀਜੀਅਸ ਲੋਕਾਂ ਨੂੰ। ਡਿਲੀਵਰੈਂਸ, ਡਿਲੀਵਰੈਂਸ ਹੁੰਦਾ ਰਾਜੇ ਜਨਮ ਅਤੇ ਮਰਨ ਤੋਂ ਜਿਹੜੀ ਇੱਕ ਮੁਕਤੀ ਪ੍ਰਾਪਤ ਕਰ ਜਾਣ, ਮੁਕਤੀ, ਨਿਰਵਾਣ, ਐਜ਼ ਵੀ ਸੇ ਇਨ ਬੁੱਧਿਜ਼ਮ ਆਲਸੋ, ਹੈ ਨਾ, ਨਿਰਵਾਣ ਬੋਲਦੇ ਨੇ, ਮੁਕਤੀ ਪ੍ਰਾਪਤ ਕਰਨ। ਜੇ ਤੁਸੀਂ ਡਿਲੀਵਰੈਂਸ ਦੀ ਗੱਲ ਕਰਦੇ ਹੋ, ਵੇਅਰ ਇਜ਼ ਦਿਸ ਡਿਲੀਵਰੈਂਸ ਟੂ ਬੀ ਫਾਊਂਡ, ਵੇਅਰ ਇਜ਼ ਦਿਸ ਡਿਲੀਵਰੈਂਸ ਟੂ ਬੀ ਫਾਊਂਡ, ਇਹ ਡਿਲੀਵਰੈਂਸ ਕਿੱਥੇ ਮਿਲ ਸਕਦੀ ਹੈ? ਡਿਲੀਵਰੈਂਸ ਮੀਨਸ ਮੁਕਤੀ, ਇਹ ਕਿੱਥੇ ਮਿਲ ਸਕਦੀ ਹੈ? ਆਰ ਮਾਸਟਰ ਹਿਮਸੈਲਫ ਹੈਜ਼ ਜੋਇਫੁਲੀ ਟੇਕਨ ਅਪੋਨ ਹਿਮ ਦ ਬੌਂਡਸ ਆਫ ਕ੍ਰੀਏਸ਼ਨ, ਜੋ ਆਪਣੇ ਮਾਸਟਰ ਨੇ, ਜੋ ਆਪਣੇ ਮਾਲਕ ਨੇ, ਉਹਨਾਂ ਨੇ ਖੁਦ ਚਾਵਾਂ ਦੇ ਨਾਲ, ਖੁਸ਼ੀਆਂ ਦੇ ਨਾਲ ਆਪਣੇ ਆਪ ਦੇ ਉੱਪਰ ਆਪਣੇ ਜੋ ਬੌਂਡਸ ਨੇਗੇ ਕ੍ਰੀਏਸ਼ਨ ਦੇ, ਜੋ ਆਪਣੇ ਰਿਸ਼ਤੇ ਨੇ, ਬਣਤਰ ਦੇ, ਜੋ ਆਪਣੀ ਜਦੋਂ ਆਪਣੀ ਸੰਰਚਨਾ ਕੀਤੀ ਗਈ, ਉਹ ਸਾਰੇ ਦੇ ਸਾਰੇ ਕੰਮ ਕੀ ਨੇ, ਉਹਨਾਂ ਨੇ ਖੁਦ ਤੇ ਲਏ ਨੇ। ਹੀ ਇਜ਼ ਬਾਉਂਡ ਵਿਦ ਅਸ ਆਲ ਫੋਰਐਵਰ। ਤੇ ਆਪਾਂ ਨੂੰ ਮੁਕਤੀ ਨਹੀਂ ਮਿਲਣੀ, ਕਿ ਮੁਕਤੀ ਨਾਂ ਦੀ ਇੱਦਾਂ ਦੀ ਉਹ ਕੋਈ ਚੀਜ਼ ਨਹੀਂ ਹੈ, ਮੀਨਸ ਉਹ ਕੀ ਹੈਗਾ, ਉਹ ਆਪਣੇ ਨਾਲ ਹਮੇਸ਼ਾ ਦੇ ਲਈ ਜੁੜੇ ਹੋਏ ਨੇ। ਹੀ ਇਜ਼ ਬਾਉਂਡ ਵਿਦ ਅਸ ਆਲ ਫੋਰਐਵਰ, ਬਾਉਂਡ ਹੁੰਦਾ ਗਾ ਜੁੜੇ ਹੋਣਾ, ਉਸ ਆਪਣੇ ਨਾਲ ਬੰਨੇ ਹੋਏ ਨੇਗੇ, ਉਹਨਾਂ ਦੇ ਇੱਕ ਬੌਂਡਸ ਨੇਗੇ, ਕੁਛ ਆਪਣੇ ਨਾਲ ਇੱਕ ਰਿਸ਼ਤੇ ਨੇਗੇ ਕ੍ਰੀਏਸ਼ਨ ਦੇ। ਸੋ ਆਪਾਂ ਉਸ ਰਿਸ਼ਤੇ ਤੋਂ, ਉਸ ਰਿਲੇਸ਼ਨਸ਼ਿਪ ਤੋਂ ਇਨਕਾਰੀ ਨਹੀਂ ਹੋ ਸਕਦੇ। ਇਹ ਜੋ ਆਪਣੇ ਪੋਇਟ ਕਹਿ ਰਹੇ ਨੇ। ਕਮ ਆਊਟ ਆਫ दाई ਮੈਡੀਟੇਸ਼ਨਸ, ਆਪਣੀਆਂ ਮੈਡੀਟੇਸ਼ਨਸ ਦੇ ਵਿੱਚੋਂ ਬਾਹਰ ਆਓ, ਆਪਣੀਆਂ ਮੈਡੀਟੇਸ਼ਨ ਦੇ ਵਿੱਚੋਂ ਬਾਹਰ ਆਓ। ਮੈਡੀਟੇਸ਼ਨ ਹੁੰਦੀਆਂ ਨੇ ਰਾਜੇ ਜਦੋਂ ਸਮਾਧੀ ਵਗੈਰਾ ਲਗਾਉਂਦੇ ਨੇ ਧਾਰਮਿਕ ਲੋਕ, ਸੋ ਉਸ ਨੂੰ ਮੈਡੀਟੇਸ਼ਨ ਕਹਿੰਦੇ ਨੇ। ਐਂਡ ਲੀਵ ਅਸਾਈਡ दाई ਫਲਾਵਰਸ, ਤੇ ਆਪਣੇ ਜੋ ਫੁੱਲ ਨੇਗੇ, ਲੀਵ ਅਸਾਈਡ दाई ਫਲਾਵਰਸ ਐਂਡ ਇਨਸੈਂਸ, ਜਿਹੜੇ ਤੁਹਾਡੇ ਫੁੱਲ ਨੇਗੇ, ਐਂਡ ਇਨਸੈਂਸ, ਇਨਸੈਂਸ ਹੁੰਦੀ ਹੈ ਅਗਰਬੱਤੀ ਰਾਜੇ। ਸੋ ਜਿਹੜੀ ਅਗਰਬੱਤੀ ਮਹਿਕ ਤੇ ਫੁੱਲਾਂ ਵਾਲੀ ਉਹ ਹੈਗੀ, ਉਸ ਨੂੰ ਕੀ ਹੈਗਾ, ਪਰੇ ਰੱਖ ਦਿਓ, ਉਸ ਤੋਂ ਪਰੇ ਹੋ ਜਾਓ। What harm is there if thy clothes become tattered and stained? ਕੀ ਨੁਕਸਾਨ ਹੁੰਦਾ ਤੁਹਾਡਾ? What harm is there? harm ਹੁੰਦਾ ਨੁਕਸਾਨ। is there if thy clothes become tattered and stained? ਕੀ ਨੁਕਸਾਨ ਹੋ ਜਾਊਗਾ ਤੁਹਾਡਾ ਜੇ ਤੁਹਾਡੇ ਕੱਪੜੇ tattered ਹੋ ਜਾਣਗੇ। tattered means ਕੱਟ ਫਟ ਜਾਣਾ ਕਿਸੇ ਚੀਜ਼ ਦਾ, ਓਕੇ। ਜੇ ਕੀ ਹੋ ਜਾਊਗਾ ਜੇ ਤੁਹਾਡੇ ਕੱਪੜੇ ਫਟ ਜਾਣਗੇ, ਉਹ ਕੀ ਅਗਰ ਰੈਗਸ ਤੱਕ ਆ ਜਾਣਗੇ, ਬਿਲਕੁਲ ਬੁਰੀ ਤਰ੍ਹਾਂ ਖਰਾਬ ਹੋ ਜਾਣਗੇ। ਐਂਡ ਸਟੇਨਡ, ਜੇ ਦਾਗੀ ਹੋ ਜਾਣਗੇ, ਉਹਨਾਂ ਤੇ ਜੇ ਬਹੁਤ ਸਾਰੇ ਦਾਗ ਪੈ ਜਾਣਗੇ, ਕੋਈ ਨੁਕਸਾਨ ਨਹੀਂ ਹੈਗਾ ਤੁਹਾਡਾ, ਬਿਕੋਜ਼ ਇਹ ਕੀ ਹੈ, ਇੱਕ ਬਾਹਰੀ ਚੀਜ਼ ਹੈ। ਮੀਟ ਹਿਮ ਐਂਡ ਸਟੈਂਡ ਬਾਈ ਹਿਮ ਇਨ ਟੋਇਲ ਐਂਡ ਇਨ ਸਵੈਟ ਆਫ दाई ਬ੍ਰੋ, ਤੇ ਉਸ ਨੂੰ ਕੀ ਹੈ, ਉਸ ਨੂੰ ਮਿਲੋ। ਮੀਟ ਹਿਮ ਐਂਡ ਸਟੈਂਡ ਬਾਈ ਹਿਮ, ਤੇ ਉਹਦੇ ਬਰਾਬਰ ਖੜੋ, ਉਹਦੇ ਨਾਲ ਖੜੋ। ਇਨ ਟੋਇਲ, ਮਿਹਨਤ ਦੇ ਸਮੇਂ ਵਿੱਚ ਟੋਇਲ ਹੁੰਦੀ ਹੈ ਰਾਜੇ, ਮਿਹਨਤ, ਜਦੋਂ ਮਿਹਨਤ ਕਰ ਰਿਹਾ ਤਾਂ ਉਹਨੂੰ ਵੀ, ਤੁਹਾਨੂੰ ਵੀ ਉਹਦੇ ਨਾਲ ਕੀ ਆ, ਖੜਨਾ ਚਾਹੀਦਾ। ਐਂਡ ਇਨ ਸਵੈਟ ਆਫ दाई ਬ੍ਰੋ, ਤੇ ਜੋ ਤੁਹਾਡੀ ਬ੍ਰੋਜ਼ ਤੇ ਜੋ ਪਸੀਨਾ ਆਏਗਾ, ਤੁਹਾਡੇ ਮੱਥੇ ਤੇ ਜੋ ਪਸੀਨਾ ਆਏਗਾ, ਉਸ ਦੇ ਨਾਲ ਤੁਹਾਨੂੰ ਉਸ ਦੇ ਨਾਲ ਖੜਨਾ ਚਾਹੀਦਾ, ਓਕੇ। ਐਂਡ ਉਸੇ ਤਰੀਕੇ ਨਾਲ ਤੁਸੀਂ ਗੋਡ ਨੂੰ ਈਜ਼ੀਲੀ ਮਿਲ ਸਕਦੇ ਹੋ, ਓਕੇ। ਸੋ ਹੁਣ ਆਪਣੇ ਜੋ ਇਸ ਤੁਹਾਡੀ ਬੁੱਕ ਦੇ ਅਕੋਰਡਿੰਗ ਕੁਝ ਜੋ ਕੁਐਸਚਨਸ ਨੇਗੇ, ਆਪਾਂ ਉਹਨਾਂ ਨੂੰ ਸੋਲਵ ਕਰਾਂਗੇ, ਉਹਨਾਂ ਨੂੰ ਐਕਸਪਲੇਨ ਕਰਾਂਗੇ। ਸੋ ਲੈਟਸ ਗੋ ਟੂ them। ਸੋ ਰਾਜੇ ਇਹ ਆਪਣੇ ਕੋਲ ਕੁਛ ਨੋਟਸ ਨੇ, ਆਲਮੋਸਟ ਸਾਰੇ ਦੇ ਸਾਰੇ ਸਿਲੇਬਸ ਦੇ, ਆਪਾਂ ਕਿ ਸਾਰੇ ਦੇ ਸਾਰੇ ਸਟੂਡੈਂਟਸ ਨੂੰ ਗਰੁੱਪਸ ਦੇ ਵਿੱਚ ਪਹੁੰਚਾ ਦਿਆਂਗੇ। So here we have the questions of that lesson. Open thy eyes and see thy God, Rabindranath Tagore. Write the central idea of the poem. So the first question we have is the central idea of the poem.
ओके सो ऑब्वियसली अपन सेंटर आइडिया पता ही है क्लियर होंगे ये अपन का काफ़ी ज़्यादा सिंपल कविता की डायरेक्टली क्या है जो भी टैगोर सेज दैट वी कैनॉट फाइंड गॉड इन ਟੈਂਪਲਸ ਟੈਗੋਰ ਕਹਿੰਦੇ ਨੇ ਕਿ ਆਪਾਂ ਨੂੰ ਗॉड ਨੂੰ ਟੈਂਪਲਸ ਵਿੱਚ ਮੰਦਿਰਾਂ ਦੇ ਵਿੱਚ ਨਹੀਂ ਲੱਭ ਸਕਦੇ ਕਿ ਉਸ ਨੂੰ ਮੰਦਿਰਾਂ ਦੇ ਵਿੱਚ ਨਹੀਂ ਪ੍ਰਾਪਤ ਕਰ ਸਕਦੇ we cannot find him by chanting and singing ਆਪਾਂ ਉਸ ਨੂੰ ਚੈਂਟਿੰਗ ਦੇ ਨਾਲ ਮੰਤਰ ਉਚਾਰਨ ਕਰਕੇ ਜਾਂ ਭਜਨ ਗਾ ਕੇ ਗਾਣੇ ਗਾ ਕੇ ਆਪਾਂ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ we cannot find him by telling the beads ਆਪਾਂ ਉਸ ਨੂੰ ਮਾਲਾ ਫੇਰ ਕੇ ਵੀ ਨਹੀਂ ਪ੍ਰਾਪਤ ਕਰ ਸਕਦੇ ਗੇ he lives among poor workers ਉਹ ਕੀ ਹੈਗਾ ਗਰੀਬ workers ਦੇ ਵਿੱਚ ਰਹਿੰਦੇ ਨੇ so we should go and work with the poor if we want to find God ਸੋ ਆਪਾਂ ਨੂੰ ਜਾਣਾ ਚਾਹੀਦਾ ਹੈ ਤੇ ਆਪਾਂ ਨੂੰ ਗਰੀਬਾਂ ਦੇ ਨਾਲ ਰਹਿਣਾ ਚਾਹੀਦਾ ਗਰੀਬਾਂ ਨਾਲ ਕੰਮ ਕਰਨਾ ਚਾਹੀਦਾ if we want to find God ਸੋ ਆਪਣੇ ਰਵਿੰਦਰਨਾਥ ਟੈਗੋਰ ਦੇ ਅਕੋਰਡਿੰਗ ਗॉड ਕਿੱਥੇ ਮਿਲਦਾ ਹੈਗਾ ਜਿੱਥੇ ਕਿ ਪੈਥਮੇਕਰ ਜਾਂ ਜਿਹੜੇ ਗਰੀਬ ਲੋਕ ਨੇ ਜਾਂ ਜਿੱਥੇ ਕਿ ਨੇ ਹਾਰਡ ਵਰਕਰਸ ਕੰਮ ਕਰ ਰਹੇ ਨੇ ਠੀਕ ਹੈ ਤਾਂ ਜਿੱਥੇ ਵੀ ਕੋਈ ਹਾਰਡ ਵਰਕ ਕਰਦਾਗਾ we will find God there okay so the next question we have why does the poet say that we should leave chanting singing and telling of beads of is a spelling mistake and telling of beads so ਆਪਾਂ ਨੂੰ ਜਿਹੜੇ ਪੋਇਟ ਇਦਾਂ ਕਿਉਂ ਕਹਿੰਦੇ ਨੇ ਕਿ ਆਪਾਂ ਨੂੰ ਚੈਂਟਿੰਗ ਛੱਡ ਦੇਣੀ ਚਾਹੀਦੀ ਸਿੰਗਿੰਗ ਛੱਡ ਦੇਣੀ ਐਂਡ ਟੈਲਿੰਗ ਆਫ ਬੀਟਸ ਛੱਡ ਦੇਣੀ ਚਾਹੀਦੀ ਹੈ ਓਕੇ the poet believes that God does not live in temples so poet believe ਕਰਦੇ ਨੇ ਕਿ God temples ਦੇ ਵਿੱਚ ਨਹੀਂ ਰਹਿੰਦੇ we cannot find him by chanting ਆਪਾਂ ਨੂੰ ਚੈਂਟਿੰਗ ਕਰਕੇ ਲੱਭ ਸਕਦੇ ਚੈਂਟਿੰਗ ਤੁਹਾਨੂੰ ਦੱਸਿਆ ਮੀਨ ਆਪਣੀ ਮੰਤਰ ਉਚਾਰਨ singing and telling of beads ਮਾਲਾ ਫੇਰ ਕੇ ਜਾਂ ਗਾਣੇ ਗਾ ਕੇ ਆਪਾਂ ਉਹਨਾਂ ਨੂੰ ਨਹੀਂ ਪ੍ਰਾਪਤ ਕਰ ਸਕਦੇ so the poet says that we should leave chanting and telling of beads okay where can God be found so ਹੁਣ God ਮਿਲ ਕਿੱਥੇ ਸਕਦਾ ਹੈ we can find God where the tiller is there is a spelling mistake put is after the tiller where the tiller is tilling the hard land okay ਸੋ ਜਿੱਥੇ ਟੇਲਰ ਕੀ ਹੈਗਾ ਹਾਰਡ ਲੈਂਡ ਨੂੰ ਮੀਨਸ ਜੋ ਸਖਤ ਜ਼ਮੀਨ ਹੈ ਉਸ ਨੂੰ ਉਸ ਤੇ ਵਾਹੀ ਕਰ ਰਿਹਾ ਹੈਗਾ ਉੱਥੇ ਤੁਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹੋ we can find him where the pathmaker is breaking stone ਜਿੱਥੇ pathmaker ਪੱਥਰਾਂ ਨੂੰ ਤੋੜ ਰਿਹਾ ਹੈਗਾ ਉੱਥੇ ਆਪਾਂ ਨੂੰ ਪ੍ਰਾਪਤ ਕਰ ਸਕਦੇ ਹਾਂ in other words ਜੇ ਦੂਜੇ ਸ਼ਬਦਾਂ 'ਚ ਕੀ God lives among the poor hard working people ਸੋ ਰੱਬ ਕਿਹਨਾਂ ਦੇ ਵਿੱਚ ਰਹਿੰਦੇ ਨੇ ਗਰੀਬ ਮਿਹਨਤਕਸ਼ ਲੋਕਾਂ ਦੇ ਵਿੱਚ ਓਕੇ what does the poet suggest regarding the presence of God so poet ਕੀ suggest ਕਰਦੇ ਨੇ God ਦੀ presence ਦੇ regarding so same answer ਹੀ ਹੈ ਜੋ ਚਾਹੇ ਤੁਸੀਂ ਇਹ ਵਾਲਾ ਜੋ third question ਹੈ ਇਸੇ ਦਾ ਆਨਸਰ ਇੱਥੇ ਲਿਖ ਸਕਦੇ ਹੋਗੇ the poet says that God does not live in temples he lives among the poor hard working people okay so then we have stanzas for comprehension leave this chanting and singing and telling of beads so ਇਸ ਨੂੰ ਕੀ ਹੈਗਾ complete ਕਰਨਾ ਹੈ ਤੁਸੀਂ question 1 name the poem and the poet the name of the poem is open thy eyes and see thy God the name of the poet is Rabindranath Tagore our eyes are open what does the poet say open thy eyes अपने ਅੱਖਾਂ ਤਾਂ ਜੋ ਕਹਿ ਰਹੇ ਨੇ ਕੁਐਸਚਨ ਦੇ ਵਿੱਚ ਆਪਣੇ ਅੱਖਾਂ ਤਾਂ ਆਲਰੇਡੀ ਖੁੱਲੀਆਂ ਨੇ ਸੋ ਕਵੀ ਕਿਉਂ ਕਹਿ ਰਹੇ ਨੇ ਕਿ ਆਪਾਂ ਨੂੰ ਅੱਖਾਂ ਖੋਲੀਆਂ ਜਾਣ ਸੋ ਜਿਹੜਾ ਇਸ ਦਾ ਆਨਸਰ ਹੈ our physical eyes are open but our eyes of the mind are closed so ਜੋ ਆਪਣੀ ਦਿਮਾਗ ਹੈ ਜੋ ਆਪਾਂ ਕੀ ਦਿਮਾਗ ਨੂੰ ਬੰਦ ਕੀਤਾ ਹੈਗਾ ਦਿਮਾਗ ਤੋਂ ਕੀ ਆਪਾਂ ਨਹੀਂ ਸੋਚ ਰਹੇ ਦਿਮਾਗ ਨਾਲ ਆਪਾਂ ਨਹੀਂ ਦੇਖ ਪਾ ਰਹੇ ਚੀਜ਼ਾਂ ਨੂੰ ਸੋ ਆਪਾਂ ਕੀ ਆ ਗਏ ਸਿਰਫ ਜਿਹੜੇ ਆਪਣੇ ਫਿਜ਼ੀਕਲ ਆਈਜ਼ ਨੇਗੀਆਂ ਫੇਸ ਤੇ ਉਹਨਾਂ ਦੇ ਨਾਲ ਹੀ ਆਪਾਂ ਦੇਖਦੇ ਹੁੰਦੇ ਹਾਂ that is why the poet asked us to open our eyes ਇਸੇ ਕਰਕੇ ਆਪਾਂ ਨੂੰ ਕਵੀ ਕਹਿੰਦੇ ਨੇ ਕਿ ਆਪਾਂ ਨੂੰ ਆਪਣੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ who are these lines addressed to ਸੋ ਇਹ ਜਿਹੜੀਆਂ ਲਾਈਨਸ ਨੇ ਕਿਹਨਾਂ ਨੂੰ ਐਡਰੈਸ ਕੀਤੀਆਂ ਗਈਆਂ ਨੇ ਕਿਹਨਾਂ ਨੂੰ ਸੰਬੋਧਿਤ ਕੀਤੀਆਂ ਗਈਆਂ ਨੇ ਕਿਹਨਾਂ ਨੂੰ ਸਾਹਮਣੇ ਰੱਖ ਕੇ ਬੋਲੀਆਂ ਗਈਆਂ ਸੋ ਜਿਹੜੀਆਂ ਸਾਰੇ ਪੋਇਮਸ ਕੀ ਨੇਗੀਆਂ ਜੋ ਪੋਇਮਸ ਨੇਗੀਆਂ ਸੌਰੀ ਜੋ ਸਾਰੇ ਜੋ ਇਹ ਵਾਲਾ ਪੋਇਮ ਦਾ ਐਕਸੈਪਟ ਹੈ ਇਹ ਕਿਸ ਨੂੰ ਡੈਡੀਕੇਟ ਕੀਤਾ ਗਿਆ ਹੈਗਾ ਐਡਰੈਸ ਕੀਤਾ ਗਿਆ ਹੈਗਾ ਇਹ ਉਹਨਾਂ ਰਿਲੀਜੀਅਸ ਲੋਕਾਂ ਨੂੰ ਕੀਤਾ ਗਿਆ ਜਿਹੜੇ ਕਿ ਨੇ ਜੋ ਭਜਨ ਵਗੈਰਾ ਜੋ ਉੱਧਰ ਕੀ ਹੈ ਗੋਡ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਮੰਦਿਰਾਂ ਜਾਂ ਗੁਰਦੁਆਰਿਆਂ 'ਚ the poet imagines someone singing hymns and telling beads in a dark corner of a temple poet ਕੀ imagine ਕਰਦੇ ਨੇ ਕਿ ਜਿਹੜੇ ਕੁਝ ਲੋਕ ਨੇ
ਮੰਤਰ ਉਚਾਰਨ ਕਰ ਰਹੇ ਨੇ, ਭਜਨ ਗਾ ਰਹੇ ਨੇ, telling of beads in a dark corner of a temple. Okay, he addresses these lines to such a worshipper of God. So ਜਿਹੜੀਆਂ ਇਹ ਵਾਲੀ ਲਾਈਨਸ ਨੇ ਉਹ ਕਿੰਨਾਂ ਨੂੰ ਐਡਰੈਸ ਕਰਦੇ ਨੇ, ਜਿਹੜੇ ਕਿ ਇਸ ਤਰੀਕੇ ਦੇ ਗॉड ਦੇ ਵਰਸ਼ਿਪਰ ਨੇ। he is there dash the dusty soil. Okay, so ਇਹ ਵਾਲੀ ਲਾਈਨਸ ਦੇ ਵਿੱਚ ਜਿਹੜੇ ਕੁਝ ਕੁਐਸਚਨ ਪੁੱਛੇ ਗਏ ਨੇ। what is the tiller doing? tiller ਕੀ ਕਰ ਰਿਹਾ ਹੈਗਾ? he is tilling the hard land. ਉਹ ਕੀ ਹੈਗਾ? hard land till ਕਰ ਰਿਹਾ ਹੈਗਾ, ਜਿਹੜੀ ਸਖਤੀ ਜ਼ਮੀਨ ਉਸ ਨੂੰ ਵਾ ਰਿਹਾ। what is the pathmaker doing? he is breaking the stones. what does the poet advise us to do? ਜਿਹੜੇ poet ਸਾਨੂੰ ਐਡਵਾਈਸ ਕੀ ਕਰਦੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ? he advises us to put off our holy mantle. ਸੋ ਜਿਹੜੇ ਆਪਣੇ ਪਹਿਰਾਵੇ ਨੇ, अब ਤੁਹਾਨੂੰ ਧਾਰਮਿਕ ਹੋਣ ਦੇ ਲਈ ਤੁਹਾਨੂੰ ਇੱਕ ਧਾਰਮਿਕ ਪਹਿਰਾਵੇ ਦੀ ਜ਼ਰੂਰਤ ਨਹੀਂ ਹੈ, ਜੋ ਕਿ ਆਪਣੇ ਉਹ ਆਥਰ ਕਹਿ ਰਹੇ ਨੇ, poet ਕਹਿ ਰਹੇ ਨੇ ਕਿ ਤੁਹਾਨੂੰ ਇੱਕ ਧਾਰਮਿਕ ਪਹਿਰਾਵੇ ਦੀ ਲੋੜ ਨਹੀਂ। and work with the tiller and the pathmaker. ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੈ? ਤੁਹਾਨੂੰ ਕੀ ਹੈਗਾ? ਟੇਲਰ ਤੇ ਪੈਥਮੇਕਰ ਮੀਨਸ ਜਿਹੜੇ ਮਿਹਨਤਕਸ਼ ਲੋਕਾਂ ਨੇ ਉਹਨਾਂ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਤੇ ਆਪਾਂ ਸਾਰਿਆਂ ਨੂੰ ਮਿਹਨਤ ਕਰਨ ਦੀ ਜ਼ਰੂਰਤ ਹੈ। That's what he wants to say. So thank you very much.